दोस्तों बहुत बहुत स्वागत है ਤੁਹਾਡਾ ਸਾਰਿਆਂ ਦਾ ਪੰਜਾਬ ਕੈਰੀਅਰ ਆਫੀਸ਼ੀਅਲ YouTube ਚੈਨਲ ਤੇ ਔਰ ਮੈਨੂੰ ਉਮੀਦ ਹੈ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਮੈਥਮੈਟਿਕਸ ਦੀ ਨਵੀਂ ਸੀਰੀਜ਼ ਚਲਾਈ ਸੀਗੀ ਟ੍ਰਿਕ ਦੀ ਡੋਜ਼, ਜਿਹਦੇ ਕੁਝ ਮੈਂ ਟ੍ਰਿਕ ਦੀ ਡੋਜ਼ ਸੈਸ਼ਨ ਤੁਹਾਨੂੰ ਗਿਲਜ ਮੈਂਟੋਰ ਤੇ ਕਰਵਾ ਚੁੱਕੇ ਹਾਂ ਔਰ ਕੁਝ ਮੈਂ ਟ੍ਰਿਕ ਦੀ ਡੋਜ਼ ਸੈਸ਼ਨ ਇਸ ਚੈਨਲ ਤੇ ਤੁਹਾਨੂੰ ਕਰਾਵਾਂਗਾ। ਫਿਲਹਾਲ ਸਾਡੇ ਪੰਜਾਬ ਪਟਵਾਰੀ ਦਾ ਕ੍ਰੈਸ਼ ਕੋਰਸ ਚੱਲ ਰਿਹਾ ਹੈ, ਇਹਦੇ ਨਾਲ PPSC ਦੀਆਂ ਕਲਾਸਿਸ ਅਸੀਂ ਸ਼ੁਰੂ ਕਰ ਦਿੱਤੀਆਂ। ਜੇ ਤੁਸੀਂ ਚਾਹੁੰਦੇ ਹੋ ਘਰ ਬੈਠੇ ਅੱਛੇ ਲੈਵਲ ਦੀ ਪ੍ਰੀਪਰੇਸ਼ਨ ਕਰ ਸਕੋ ਤਾਂ ਕਿ ਬਿਨਾਂ ਕਿਸੇ ਕੋਚਿੰਗ 'ਚ ਜਾਇਆ, ਔਰ ਬਹੁਤੇ ਸਟੂਡੈਂਟਸ ਇਹੋ ਜਿਹੀ ਵੀ ਨੇ ਜਿਨ੍ਹਾਂ ਕੋਲੇ ਇਹਨਾਂ ਸੰਸਾਧਨਾਂ ਦੀ ਕਮੀ ਹੈ, ਉਹ ਪੈਸਾ ਉਹਨਾਂ ਕੋਲੇ ਨਹੀਂ ਹੈ ਕਿ ਕਿਸੇ ਕੋਚਿੰਗ 'ਚ ਜਾ ਸਕਦੇ ਨੇ, ਤਾਂ ਉਹਨਾਂ ਸਟੂਡੈਂਟਸ ਲਈ ਹਮੇਸ਼ਾ ਗਿਲਜ ਮੈਂਟੋਰ ਪੰਜਾਬ ਕੈਰੀਅਰ ਅੱਡਾ ਦੀ ਟੀਮ ਤੁਹਾਡੇ ਨਾਲ ਖੜੀ ਹੈ ਔਰ ਅਸੀਂ ਹਮੇਸ਼ਾ ਮਦਦ ਕਰਦੇ ਰਵਾਂਗੇ। ਇਹ ਤੁਹਾਡੇ ਨਾਲ ਸਾਡਾ ਵਾਅਦਾ ਆ। ਫਿਲਹਾਲ ਤੁਹਾਨੂੰ ਮੈਂ ਜੋ ਟ੍ਰਿਕ ਦੀ ਡੋਜ਼ ਹੈ ਇਸ ਸੈਸ਼ਨ ਦੇ ਵਿੱਚ ਮੈਂਸ਼ੂਰੇਸ਼ਨ ਦੇ ਸੰਬੰਧ 'ਚ ਟ੍ਰਿਕ ਦੱਸਾਂਗਾ। ਇਹ ਬਹੁਤ कारगर और बहुत इंपॉर्टेंट ट्रिक होएगी थोड़े आने वाले एग्जामिनेशन, चाहे वो SSC है, NTPC पेपर है, चाहे तुसी बैंकिंग लाइन एग्जाम से जा रहे हो, चाहे तुसी पंजाब दे पटवारी पेपर है, चाहे कल नूं पुलिस पेपर आउंदा है या PSSB एग्जामिनेशन कुछ भी पेपर आउंदा है, तो सब लई बहुत इंपॉर्टेंट देसी दवाई होएगी। सब तो पहला मैं रिक्वेस्ट करांगा जिन्ने भी शुभचिंतक साडे नाल जुड़े ने, प्लीज़ रिक्वेस्ट है तुहानूं इस चैनल नूं हुणे सबसक्राइब करो ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ। ਬੈਲ ਆਈਕਨ ਨੂੰ ਪ੍ਰੈਸ ਕਰਨ ਦਾ ਤੁਹਾਨੂੰ ਬੈਨੀਫਿਟ ਇਹ ਹੋਏਗਾ ਕਿ ਜੋ ਵੀ ਲੇਟੈਸਟ ਅਪਡੇਟਸ ਅਸੀਂ ਅਪਲੋਡ ਕਰਾਂਗੇ ਉਹਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਤਾਂ ਕਿ ਤੁਸੀਂ ਉਸ ਨੂੰ ਸਹੀ ਸਮੇਂ ਤੇ ਦੇਖ ਸਕੋ। ਇਹ ਵੀ ਇੰਪੋਰਟੈਂਟ ਹੁੰਦਾ ਹੈ। ਤਾਂ ਇੱਕ ਬਹੁਤ ਇੰਪੋਰਟੈਂਟ ਇੱਕ ਨਵਾਂ ਬਲਕਿ ਮੈਂ ਇੱਕ ਸੈਸ਼ਨ ਲੈ ਕੇ ਆ ਰਹੇ ਹਾਂ ਕਿ ਸਾਡੇ ਯੂਥ ਨਾਲ ਕਿੱਦਾਂ ਕਾਲਾ ਖੇਲ ਖੇਲਿਆ ਜਾਂਦਾ ਹੈ ਕੋਈ ਵੀ ਸਰਕਾਰ ਆਉਂਦੀ ਹੈ। ਪੂਰੀ ਡਿਟੇਲ ਉਹਦੀ ਸਾਂਝੀ ਕਰਾਂਗਾ। ਕੰਪਲੀਟ ਤੌਰ ਤੇ ਤੁਹਾਨੂੰ ਮੈਂ ਚਿੱਠਾ ਸਮਝਾਵਾਂਗਾ ਕਿ ਆਖਰ ਮੀਡੀਆ ਵੀ ਸਾਡੇ ਨਾਲ ਕਿੰਨਾ ਰੋਲ ਅਦਾ ਕਰਦਾ ਹੈ, ਕਿੱਦਾਂ ਨਹੀਂ ਕਰਦਾ ਹੈ। ਤਾਂ ਦੋਸਤੋ ਅੱਜ ਦੇ ਸੈਸ਼ਨ 'ਚ ਫਿਲਹਾਲ ਆਪਾਂ ਟ੍ਰਿਕ ਦੀ ਡੋਜ਼ ਤੇ ਗੱਲ ਕਰਾਂਗੇ। ਤੇ ਅੱਜ ਦੇ ਕੁਐਸਚਨਸ ਇਹ ਰਹੇ ਤੁਹਾਡੀ ਸਕਰੀਨ ਤੇ। ਜੇ ਤੁਸੀਂ ਪੰਜਾਬ ਗਵਰਨਮੈਂਟ ਦੇ ਸਾਰੇ ਪੇਪਰਾਂ ਦੀ ਪ੍ਰੀਪਰੇਸ਼ਨ ਦੇ ਨਾਲ ਚਾਹੁੰਦੇ ਹੋ ਕਿ ਟੈਸਟ ਸੀਰੀਜ਼ ਮਿਲ ਜੇ ਜਾਂ ਸਾਨੂੰ ਈ-ਬੁੱਕਸ ਮਿਲ ਜਾਣ, ਤਾਂ ਸਾਡੀ ਆਫੀਸ਼ੀਅਲ ਵੈਬਸਾਈਟ ਹੈ giljmentortest.com ਤੇ ਜਾਓ। ਤੁਸੀਂ ਈ-ਬੁੱਕਸ ਡਾਊਨਲੋਡ ਕਰ ਸਕਦੇ ਹੋ, ਮੌਕ ਟੈਸਟ ਸੀਰੀਜ਼ ਲੈ ਸਕਦੇ ਹੋ ਤਾਂ ਕਿ ਤੁਹਾਡੀ ਤਿਆਰੀ ਨੂੰ ਹੋਰ ਵੀ ਤੁਸੀਂ ਚਾਰ ਚੰਦ ਲਾ ਸਕੋ। दोस्तों ਅੱਜ ਦੀ जो ट्रिक है खास तौर पे इंपॉर्टेंट ये रोल अदा करेगी। मैं ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ क्वेश्चंस ਦੀ ਪ੍ਰਕਿਰਿਆ ਸਮਝਾ ਦਿੰਦਾ ਵੀ क्वेश्चन मैं ਕਹਿਣਾ ਕੀ ਚਾਹੁੰਦਾ ਹੈ। ਫਿਲਹਾਲ ਇਹ ਹਾਲਾਂਕਿ 4 ਤੋਂ 5 ਤਰੀਕੇ ਦੇ क्वेश्चन ਹੈ, परंतु मैं ਤੁਹਾਨੂੰ ਅੱਜ ਇੱਕੋ ਤਰੀਕੇ ਦੇ ਦੋਨੋਂ ਪੱਖ ਪੋਜ਼ਿਟਿਵ ਔਰ ਨੈਗੇਟਿਵ ਸਮਝਾਵਾਂਗਾ। एग्जांपल ਦੇ ਤੌਰ ਤੇ ਸਮਝਾਉਣਾ ਚਾਹੁੰਦਾ ਕਿ ਅਗਰ ਮੇਰੇ ਕੋਲੇ ਕੋਈ ਵੀ अगर ਇਦਾਂ मैं ਕਹਾਂ कि मेरे ਕੋਲ ਇੱਕ ਕੀ ਹੈ ਪਾਰਕ ਹੈ, की है मेरे को एक पार्क है और इस पार्क दी अगर मैं गल करा कि AB पहली कंध होगी, BC दूजी होगी और CD तीजी और DA चौथी है। अगर ये मेरे को 20 सेंटीमीटर है और ये मेरे को 10 सेंटीमीटर है, तो जे मैं इत्थे गल करांगा कि एरिया ऑफ ABC कितना हो गया मेरे को, तो ABCD तो तुसी कहोगे जनाब तुहाडे कोले 20 × 10 इज इक्वल कितना हो गया 200 सेंटीमीटर स्केयर हो गया। अगर ये मीटर है तो मीटर स्केयर हो जाएगा। क्लियर है, कोई दिक्कत नहीं है, समझ पा रहे हो। ਇੱਥੋਂ ਹੀ ਕਨਸੈਪਟ ਸਾਡਾ ਚੇਂਜ ਹੋ ਜਾਂਦਾ ਹੈ ਕਿ ਅਗਰ ਇਹਦੇ ਬਾਹਰ ਇੱਕ ਰੋਡ ਬਣਾ ਦਿੱਤੀ ਜਾਂਦੀ ਹੈ ਇਦਾਂ, ਇਸ ਹਿਸਾਬ ਦੇ ਕੁਐਸਚਨਸ ਤੁਹਾਡੇ ਕੋਲੇ ਬਣਨਗੇ। ਠੀਕ ਹੈ, ਅਗਰ ਇਸ ਹਿਸਾਬ ਦੀ ਰੋਡ ਬਣਾ ਦਿੱਤੀ ਜਾਂਦੀ ਹੈ, ਲਾਈਕ ਅਗਰ ਤੁਹਾਨੂੰ ਕਿਹਾ ਜਾਂਦਾ ਹੈ ਕਿ ਅਗਰ ਮੰਨ ਲਓ ਕਿ ਬਾਈ ਦਾ ਵੇ ਜੇ ਤੁਹਾਡੇ ਕੋਲੇ 3 ਇੱਧਰ ਹੈ ਔਰ 3 ਮੀਟਰ ਹੀ ਇੱਧਰ ਹੈ ਜਾਂ ਸੈਂਟੀਮੀਟਰ ਲਾ ਲਓ, ਤਾਂ ਕੰਪਲੀਟ ਇਹ ਕਿੰਨਾ ਹੋ ਗਿਆ ਤੁਹਾਡੇ ਕੋਲੇ 10 ਤੇ 6 ਕਿੰਨਾ ਹੋ ਗਿਆ 16 ਹੋ ਗਿਆ। क्लीयर है। अगर मैं कहा कि इस पासे इनू 4 है और इस पासे भी 4 इनक्रीज किया जाता है तो 8 कितना हो गया 20 ते 8 कितना हो गया 28। दोस्तों इस प्रकार के क्वेश्चनस नू तुसी अपना टाइम व्यतीत करके कंसैप्ट नू कर दिओ, हालांकि कर सकते हो। इन्हां दी देसी दवाई की हो सकती है, वो इहो जी मलम की हो सकती है, वो इहो जी पुड़ी की हो सकती है, इहो जी रामबाण की हो सकती है, जिसनू तुसी यूज करके ਇਹੋ ਜਿਹੇ ਸਵਾਲ ਜਾਂ ਬਹੁਤ ਸਾਰੇ ਹੋਰ ਵੀ ਸਵਾਲ ਹੈ ਯਾਰ ਜਿਨ੍ਹਾਂ ਨੂੰ ਚੁਟਕੀਆਂ 'ਚ ਕਰ ਸਕਦੇ ਹੋ। ਇਹੀ ਤਰੀਕਾ ਤੁਹਾਨੂੰ ਮੈਂ ਦੱਸਾਂਗਾ। ਪਹਿਲਾ ਸਵਾਲ ਸਕਰੀਨ ਤੇ ਆ ਦੇ ਰੱਖਿਆ, ਚਲਿਏ ਸ਼ੁਰੂ ਕਰੋ ਔਰ ਮੈਂ ਤੁਹਾਨੂੰ ਦੱਸਾਂਗਾ ਦੇਸੀ ਦਵਾਈ। ਉਸ ਤੋਂ ਪਹਿਲਾਂ ਮੈਂ ਵਾਪਸ ਇਸੇ ਸਵਾਲ ਤੇ ਲੈ ਕੇ ਆਵਾਂ। ਕਿਉਂ ਲੈ ਕੇ ਆਵਾਂਗਾ? ਇੱਥੇ ਸਾਨੂੰ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਦੱਸੋ ਹੁਣ ਕੰਪਲੀਟ ਏਰੀਆ ਕਿੰਨਾ ਹੋ ਗਿਆ। ਅਗਰ ਤੁਸੀਂ 16 ਨੂੰ 28 ਨਾਲ ਮਲਟੀਪਲਾਈ ਕਰ ਦੋਗੇ ਤਾਂ ਤੁਹਾਡਾ ਪ੍ਰੀਵੀਅਸਲੀ ਏਰੀਆ ਔਰ ਹੁਣ ਦੇ ਏਰੀਏ ਨਾਲ ਤੁਸੀਂ ਇੰਜ ਜੋੜ ਕੇ ਵੀ ਦੱਸ ਸਕਦੇ ਹੋ। ਤੁਹਾਡੇ ਤੋਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਅੰਦਰਲੇ ਸਾਈਡ ਦਾ ਏਰੀਆ ਦੱਸੋ ਤਾਂ 200 ਦੱਸ ਸਕਦੇ ਹੋ। ਬਾਹਰਲਾ ਏਰੀਆ ਪੁੱਛਿਆ ਜਾਵੇ ਤਾਂ 16 × 28 ਨੂੰ ਮਲਟੀਪਲਾਈ ਕਰਕੇ ਦੱਸ ਸਕਦੇ ਹੋ। ਜੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਦੱਸੋ ਇਹਨਾਂ ਦੇ ਪਾਥ ਦਾ ਏਰੀਆ ਕਿੰਨਾ ਹੈ ਤਾਂ ਤੁਸੀਂ ਇੰਟਰਨਲ ਏਰੀਆ ਅਤੇ ਆਊਟਰ ਏਰੀਆ ਦੋਨਾਂ ਨੂੰ ਮਾਈਨਸ ਕਰ ਦੋਗੇ, ਤੁਹਾਡੇ ਕੋਲੇ ਆਨਸਰ ਆ ਜਾਏਗਾ। ਸੋ ਦੋ ਕਲੀਅਰ ਸਮਝ ਚੁੱਕੇ ਹੋ। ਚਲਿਏ ਇੱਥੇ ਇੱਕ ਸੇਮ ਆਪਣੇ ਕੋਲੇ ਕੁਐਸਚਨ ਹੈ, ਸੇਮ ਆਪਣੇ ਕੋਲੇ ਕੁਐਸਚਨ ਆ ਲਓ। ਜਿਵੇਂ ਪਾਰਕ ਬਣਾਤਾ ਹੈ, ਠੀਕ ਹੈ, ਸ਼ਾਮ ਨੂੰ ਚਿਲ ਚੁਲ ਕਰਨ ਇੱਥੇ ਘੁੰਮਣ है ना,
ਬਹੁਤ ਜਾਣੇ ਤੁਹਾਡੇ ਚੋਂ ਸਹੀ ਨੀਤ ਨਾਲ ਪੜ੍ਹਦੇ ਨਹੀਂ ਤੇ ਘੁੰਮਦੇ ਬਹੁਤ ਨੇ, ਇਸੇ ਕਰਕੇ ਪਰੇਸ਼ਾਨ ਹੁੰਦੇ ਆ ਯਾਰ। ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ, ਬਹੁਤ ਹਾਲਾਂਕਿ ਇਹ ਗੱਲ ਤੁਹਾਡਾ ਸੋਚਣਾ 100% ਸਹੀ ਹੈ, ਪਰ ਇਸ ਨੂੰ ਆਪਾਂ ਪੋਜ਼ਿਟਿਵ ਨਹੀਂ ਸੋਚ ਰਹੇ ਹਾਂ। ਪੰਜਾਬ ਪਟਵਾਰੀ ਭਰਤੀ ਨਹੀਂ ਆ ਰਹੀ। ਭਰਤੀ ਸਾਨੂੰ ਪਤਾ ਹੈ ਅਗਰ ਲੇਟ ਹੈ, ਭਰਤੀਆਂ ਤਾਂ ਆਉਣਗੀਆਂ। ਇਹ ਤਾਂ ਹੈ ਨਹੀਂ ਕਿ ਪੰਜਾਬ ਨੂੰ ਨਿਲਾਮ ਕਰ ਦਿੱਤਾ ਜਾਊਗਾ, ਇਹਨੂੰ ਹਰਿਆਣੇ ਵਾਲੇ, ਰਾਜਸਥਾਨ ਵਾਲੇ ਲੈ ਲੈਣਗੇ, ਗੁਜਰਾਤ ਵਾਲੇ ਲੈ ਲੈਣਗੇ, ਗੁਜਰਾਤ ਚੋਂ ਪਟਵਾਰੀ ਆ ਜਾਣਗੇ। ਇਹ ਤਾਂ ਨਹੀਂ ਨਾ, ਆਉਣਗੀਆਂ ਤਾਂ ਸਰੀ ਨਾ। ਜਾਂ ਤਾਂ ਫਿਰ ਤੁਹਾਡੇ 'ਚ ਸ਼ਮਤਾ ਤੇ ਚੁੱਕੋ, ਤਿਆਰੀ ਕਰੋ ਤਾਂ SSC ਪੇਪਰ 'ਚ ਬੈਠੇ ਹੋ, ਤੁਹਾਡੇ 'ਚ ਕਾਬਲੀਅਤ ਹੈਗੀ ਹੈ ਤਾਂ ਪੜ੍ਹਨਾ ਹੈ ਨਹੀਂ, ਬਲੇਮ ਭਰਤੀ ਨੂੰ ਕਰਨਾ ਹੈ। ਤਿਆਰੀ ਬਹੁਤ ਮਸਟ ਹੈ, ਤਿਆਰੀ ਜ਼ਰੂਰੀ ਹੈ, ਤਿਆਰੀ ਇੰਨੀ ਜ਼ਬਰਦਸਤ ਹੈ ਨਾ, ਵੱਟ ਕੇ ਰੱਖੋ ਤਿਆਰੀ। ਦੇਖੋ ਯਾਰ ਪੜ੍ਹਨ ਦੀ ਨਾ ਕੋਈ ਸੀਮਾ ਨਹੀਂ ਹੁੰਦੀ। ਅਗਰ ਤੁਸੀਂ ਫਿਰ ਰੀਅਲ ਕੰਪੀਟੀਟਰ ਨਹੀਂ ਹੈ। ਮੈਂ ਤੁਹਾਨੂੰ ਚੈਲੰਜ ਕਰਕੇ ਕਹਿੰਦਾ, ਤੁਹਾਡੇ 'ਚੋਂ ਕੋਈ ਵੀ ਸਟੂਡੈਂਟ ਹੈਗਾ ਨਾ, ਤੁਸੀਂ ਅਗਰ IAS ਦੀ ਤਿਆਰੀ ਕਰੋ ਬਸ ਤਾਂ ਉੱਥੇ ਬਹਿ ਜਾਓ, ਫਿਰ ਭਰਤੀ ਨਹੀਂ ਆਈ। ਉਹਨਾਂ ਦੇ ਸਾਹਮਣੇ ਕਿਹੜਾ ਪਈ ਹੈ ਵੀ 2021 ਦੇ ਵਿੱਚ 2020 ਚ ਇੰਨੀਆਂ ਪੋਸਟਾਂ ਤਾਂ ਹੁਣ ਆਈਆਂ ਨੇ ਸਾਲ ਬਾਅਦ, ਸਮਝ ਰਹੇ ਹੋ ਨਾ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਣਾ ਵੀ ਕਿਤੇ ਨਾ ਕਿਤੇ ਪੋਜ਼ਿਟਿਵ ਪੱਖ ਰੱਖੋ, ਤਿਆਰੀ ਵੀ ਕਰਦੇ ਰਹੋ ਯਾਰ ਨਾਲ ਨਾਲ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਇਹ 200 ਮੀਟਰ ਹੈ ਅਤੇ ਇਹ 180 ਮੀਟਰ ਹੈ। ਜੇ ਆਪਾਂ ਇੱਥੇ ਏਰੀਆ ਦੀ ਗੱਲ ਕਰੀਏ ਤਾਂ ਮੈਂ ਇੱਥੇ ਲਿਖਾਂਗਾ 200 × 180 ਆਲਮੋਸਟ ਕਿੰਨਾ ਹੋ ਗਿਆ 18 × 36,000 ਮੀਟਰ ਸਕੁਅਰ ਸਾਡੇ ਕੋਲ ਏਰੀਆ ਆ ਗਿਆ। ਕਲੀਅਰ, ਕੋਈ ਦਿੱਕਤ ਨਹੀਂ ਹੈ। ਇਹ ਕਹਿੰਦਾ ਕਿ ਸਟਰੀਟ ਵਿਡਥ 10 ਮੀਟਰ ਸਰਾਊਂਡਡ ਫਰੋਮ ਦਾ ਆਊਟਸਾਈਡ, ਮਤਲਬ ਕਿ ਅਗਰ ਆਪਾਂ ਗੱਲ ਕਰਦੇ ਹਾਂ ਕਿ ਮੇਰੇ ਕੋਲ ਇੱਥੇ ਇੱਦਾਂ ਕਰਕੇ ਇੱਕ ਸਰਾਊਂਡਡ ਸਟਰੀਟ ਬਣਾਈ ਜਾਂਦੀ ਹੈ। ਆ ਲਓ ਜੀ ਦੋਸਤੋ ਮੈਂ ਬਣਾਤੀ ਹੈ, ਠੀਕ ਹੈ। ਹਾਂ ਡਰਾਇੰਗ ਮੇਰੀ ਇੱਦਾਂ ਹੀ ਹੈ ਕਿ ਮੈਂ ਮਿਸਤਰੀ ਹੈ ਨਹੀਂਗਾ, ਔਰ ਬਲਕਿ ਮੈਂ ਮਿਸਤਰੀ ਉੱਦਾਂ ਦਾ ਵੀ ਹੈ ਨਹੀਂਗਾ ਕਿ ਪੂਰਾ ਮਾਰ ਹੋਵਾਂ, ਹੈ ਨਾ। ਚਲਿਏ ਮੈਂ ਤੁਹਾਨੂੰ ਸਮਝਾਤਾ ਵਾ, ਇਹ ਇੱਦਾਂ ਕਰਕੇ ਮੈਂ ਚੱਕਲੇ ਵੀ ਲਾਤੇ ਹੈ। ਆ ਲਓ ਜੀ ਚੱਕਲੇ ਲਾਤੇ ਤੁਹਾਡੇ ਘੁੰਮਣ ਨੂੰ, ਠੀਕ ਹੈ। ਬਿਲਕੁਲ। ਹੁਣ ਇਹ ਕਹਿੰਦਾ ਹੈ ਕਿ ਇਹਦੀ ਜਿਹੜੀ ਵਿਡਥ ਹੈਗੀ ਉਹ ਚਾਰੇ ਪਾਸੇ ਕਿੰਨੀ ਹੈ 10 ਮੀਟਰ ਹੈ। 10 ਮੀਟਰ ਇੱਥੇ ਹੈ, 10 ਮੀਟਰ ਮਤਲਬ ਇਹਦੀ ਗੱਲ ਕਰ ਰਿਹਾ ਮੈਂ, ਕਲੀਅਰ ਹੈ ਨਾ, ਇਸ ਦੀ, ਨਾ ਕਿ ਆਪਾਂ ਬਾਹਰਲੀ ਸਾਈਡ ਦੀ ਗੱਲ ਕਰ ਰਹੇ ਹਾਂ। 10 ਮੀਟਰ ਇਹਦੀ ਹੈ, ਠੀਕ ਹੈ, ਔਰ 10 ਇਹਦੀ ਔਰ 10 ਇਹਦੀ। ਹੁਣ ਤੁਸੀਂ ਮੈਨੂੰ ਇੱਕ ਪ੍ਰਕਿਰਿਆ ਸਮਝਾਓ, ਅਗਰ ਮੈਂ ਅੰਦਰਲੇ ਇਸ ਸਾਈਡ ਨੂੰ A ਕਵਾਂ ਅਤੇ ਇਸ ਸਾਈਡ ਨੂੰ ਮੈਂ B ਕਵਾਂ, ਇਹ ਟੋਟਲ ਕਿੰਨਾ ਆ, ਇਹ ਹੈਗਾ 180। ਅਗਰ ਮੈਂ ਇੱਥੋਂ ਜਾ ਕੇ ਹੁਣ ਬਾਹਰ ਮੈਂ ਇੱਥੋਂ ਲੈ ਕੇ ਠੇਠ ਜਿੱਥੇ ਮੈਂ ਡਰਾਅ ਕਰ ਰਿਹਾ ਲਾਈਨ ਔਰ ਇਸ ਨੂੰ ਮਿਲਾਵਾਂਗਾ, ਯੂ ਨੋ ਕਿ 10 ਇਹ ਹੋ ਗਿਆ ਅਤੇ 10 ਇਹ ਹੋ ਗਿਆ। ਟੋਟਲ ਮੈਂ ਅਗਰ ਇੱਥੋਂ ਦੀ ਗੱਲ ਕਰਾਂਗਾ ਕੰਪਲੀਟ ਇੱਦਾਂ ਕਰਕੇ ਤਾਂ ਇਹਦੀ ਟੋਟਲ ਲੈਂਥ ਕਿੰਨੀ ਹੋ ਗਈ ਹੈ 180 ਦੇ ਵਿੱਚ ਆਪਾਂ 20 ਮਿਲਾ ਦਾਂਗੇ, ਟੋਟਲ ਕਿੰਨਾ ਹੋ ਜਾਏਗਾ 200 ਮੀਟਰ ਹੋ ਗਿਆ। ਸਮਝ ਪਾ ਰਹੇ ਹੋ, ਮਤਲਬ ਕਿ ਇਹਦੀ ਬ੍ਰੈਥ ਕਿੰਨੀ ਹੋ ਗਈ ਹੈ ਮੇਰੇ ਦੋਸਤੋ 200 ਮੀਟਰ ਹੋ ਗਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੱਥੋਂ ਬਾਹਰਲੇ ਕੋਨੇ ਤੋਂ ਲੈ ਕੇ ਜੇ ਕੰਪਲੀਟ ਤੌਰ ਤੇ ਆਪਾਂ ਇਸ ਕੋਨੇ ਤੱਕ ਜਾਵਾਂਗੇ ਤਾਂ ਸਾਡੇ ਕੋਲ ਕਿੰਨਾ ਹੋ ਗਿਆ, ਮਤਲਬ ਕਿ ਇੱਥੇ ਮੈਂ ਕਹਾਂਗਾ ਕਿ 10 ਮੀਟਰ ਇਹ ਹੋ ਗਈ ਰੋਡ ਔਰ 10 ਮੀਟਰ ਇਹ ਹੋ ਗਈ 20 ਮੀਟਰ। ਤਾਂ ਤੁਸੀਂ 200 ਪ੍ਰੀਵੀਅਸਲੀ ਸੀ, 20 ਐਡ ਕਰ ਦੋ, ਤੁਹਾਡੇ ਕੋਲੇ ਆ ਗਿਆ 220 ਮੀਟਰ। ਤੁਸੀਂ ਕਹੋਗੇ ਜਨਾਬ ਇਹਦਾ ਹੋ ਗਿਆ। ਹੁਣ ਮੈਂ ਕਹਾਂਗਾ ਕਿ ਬਤਾਈਏ ਏਰੀਆ, ਤੁਹਾਡੇ ਕੋਲੇ ਆ ਗਿਆ ਏਰੀਆ ਆਫ ਆਊਟਰ, मतलब कि आउटर साइड ऑफ ए पार्क, ठीक है। आउटर साइड ऑफ पार्क कितना हो जाएगा, तुसी कहोगे जी 200 ਤਾਂ ਦੀ ਬ੍ਰੇਥ ਆ ਗਈ, ਲੈਂਥ ਕਿੰਨੀ ਆ ਗਈ 200 ਵੀ ਆ ਗਈ, 000 ਕਰ ਦੋਗੇ ਤੇ ਕਿੰਨਾ ਹੋ ਗਿਆ 22 ਦੁਨਾ ਕਿੰਨਾ ਹੋ ਗਿਆ 44, मतलब 44 ਮੀਟਰ ਸਕੁਅਰ ਤੁਹਾਡੇ ਕੋਲੇ ਏਰੀਆ ਆ ਗਿਆ। ਕਲੀਅਰ ਸਮਝ ਪਾ ਰਹੇ ਹੋ। ਹੁਣ ਤੁਸੀਂ ਕੀ ਦੱਸਣਾ ਹੈ, ਇਹ ਕਹਿੰਦਾ ਸਵਾਲ 'ਚ ਸਾਨੂੰ ਪੁੱਛਿਆ ਸੀ ਏਰੀਆ ਆਫ ए पाथ, एरिया ऑफ ए पाथ दसना है दोस्तों। एरिया ऑफ ए पाथ दसना है मतलब कि इस रोड का एरिया कितना होएगा, तो तुसी सीधा क्लीयर आंसर कर सकते हो कि एरिया ऑफ ए पाथ मतलब कि इस रोड का सब तो पहला गल करांगे कि आउटर साइड का एरिया कितना, आउटर साइड एरिया मतलब कि आउटर साइड्स एरिया हो गया, ਤੁਹਾਡੇ ਕੋਲੇ ਮਾਈਨਸ ਕਿਹੜਾ ਹੋ ਗਿਆ ਇਨਰ ਸਾਈਡ मतलब कि अंदर वाली साइड ਦਾ ਹੋ ਗਿਆ। ਬਾਹਰ ਵਾਲਾ ਕਿੰਨਾ ਹੈ 44000 ਹੈ ਅਤੇ ਅੰਦਰ ਵਾਲਾ ਕਿੰਨਾ ਸੀ ਤੁਹਾਡੇ ਕੋਲੇ 16 ਬਲਕਿ 18 × 36 ਤਾਂ 36000 ਤਾਂ ਤਕਰੀਬਨ ਹੁਣ ਤੁਹਾਡੇ ਕੋਲੇ ਕਿੰਨਾ ਬਚੇ 8000 ਮੀਟਰ ਸਕੁਅਰ ਬਚਿਆ। ਮੇਰੇ ਦੋਸਤੋ 8000 ਆਪਾਂ ਆਨਸਰ ਫਾਈਂਡ ਕਰ ਲਿਆ। ਸਮਝ ਪਾ ਰਹੇ ਹੋ, ਸਾਰਿਆਂ ਨੂੰ ਸਮਝ ਆਇਆ ਕਿ ਨਹੀਂ ਆਇਆ। ਤੁਹਾਡੇ ਚੋਂ ਹੋ ਸਕਦਾ ਕੋਈ ਇੰਟੈਲੀਜੈਂਟ ਸਟੂਡੈਂਟਸ ਵੀ ਹੋਏਗਾ, उसने भी ਇਹਨੂੰ ਬਹੁਤ ਈਜ਼ੀਲੀ ਫਾਈਂਡ ਕਰ ਲਿਆ ਹੋਏਗਾ, ਬਟ ਤੁਹਾਡੇ ਚੋਂ ਉਹ ਵੀ ਹੋਏਗਾ ਕਿ ਜਿਸ ਨੂੰ ਮੈਥਮੈਟਿਕਸ ਠੀਕ ਠਾਕ ਮੇਰੇ ਵਾਂਗੂ ਘੱਟ ਜੀ ਆਉਂਦੀ ਹੈ, ਟਾਈਮ ਪਾਸ ਕਰਨ ਵਾਲਾ ਹੈ, ਤਾਂ ਉਦਾਂ ਵੀ ਕੰਮ ਚੱਲੇਗਾ। ਫਿਲਹਾਲ ਤੁਹਾਨੂੰ ਪ੍ਰਕਿਰਿਆ ਸਮਝ ਆ ਗਈ। ਹੁਣ ਇਹੋ ਜਿਹੇ ਸਵਾਲ ਤੇ ਵਕਤ ਨਹੀਂ ਲਾਉਣਾ, ਆਪਾਂ ਸਮੇਂ ਨਹੀਂ ਲਾਉਣਾ। ਇਹਦੀ ਦੇਸੀ ਦਵਾਈ ਕੀ ਹੋ ਸਕਦੀ ਹੈ, ਦੇਸੀ ਦਵਾਈ ਆ ਤੁਸੀਂ ਲੈ ਲਓ ਜੀ, ਤੁਸੀਂ ਸਵੇਰੇ ਸ਼ਾਮ ਤੁਹਾਨੂੰ ਕੰਮ ਦੇਗੀ। ਇਹ ਗਰਮ ਪਾਣੀ ਨਾਲ ਲੈ ਲਓ, ਠੰਡੇ ਪਾਣੀ ਨਾਲ ਲੈ ਲਓ, ਦੁੱਧ ਨਾਲ ਲੈ ਲਓ, ਸੁੱਕੀ ਖਾ ਲਓ, ਕੋਈ ਸਾਈਡ ਇਫੈਕਟ ਨਹੀਂ ਹੈ ਇਹਦਾ, ठीक है। नोट करो जरा ट्रिक की है, पूरे एक मैथ नहीं पूरी मैथ की करना तुसी। सब तो पहला एक कंसैप्ट मेरा याद रखना है
कि 2 ਇੱਥੇ मैं लिखांगा n, ਇਹਦਾ ਵੀ ਦੱਸਾਂਗਾ मतलब ਕੀ ਹੈ। ਫਿਰ ब्रैकेट बंद कर लियो, फिर ਤੁਹਾਡੇ ਕੋਲੇ ਆ ਜਣੀ ਲੈਂਥ ਆ ਗਈ, ਫਿਰ ਤੁਹਾਡੇ ਕੋਲੇ ਬ੍ਰੈਥ ਆ ਗਈ, ਔਰ ਪਲੱਸ ਇੱਥੇ ਕਰ ਦੇਣਾ ਕਿ 2n ਕਰ ਦੋ, ਬ੍ਰੈਕਟ ਬੰਦ ਹੈ। ਦੇਖੋ ਇੱਥੇ n ਦਾ ਕਿਰਦਾਰ ਹੈ, ਕੀ ਕਿਰਦਾਰ ਹੈ ਕਿ ਜਿਵੇਂ ਇਹਨੇ ਕਿਹਾ ਵੀ 10 ਮੀਟਰ ਸਰਾਊਂਡਡ ਮਤਲਬ ਬਾਹਰਲੇ ਪਾਸੇ ਜੋ ਵੀ ਇਹਦੀ ਐਕਚੁਅਲ ਲੈਂਥ ਅਤੇ ਬ੍ਰੈਥ ਤੋਂ ਐਕਸਟਰਾ ਜੋ ਚੀਜ਼ ਸਾਨੂੰ ਦਿੱਤੀ ਜਾ ਰਹੀ ਹੈ that is value known as of n value। ਕਲੀਅਰ ਹੈ। ਇੱਥੇ ਆਪਾਂ ਚੁੱਪਚਾਪ ਕਰ ਦੇਣਾ 2 into ਕਰ ਦਾਂਗੇ 10, ਲੈਂਥ ਸਾਡੇ ਕੋਲੇ ਕਿੰਨੀ ਸੀ 200, ਬ੍ਰੈਥ ਸਾਡੇ ਕੋਲੇ ਕਿੰਨੀ ਸੀ 180, ਔਰ ਆ ਲੋ ਦੋਸਤੋ ਕਿੰਨਾ ਮੈਂ ਕਰ ਦਾਂਗਾ ਇੱਥੇ ਸਿੰਪਲ ਜਿਹਾ ਗੱਲ 10 ਦੂਣਾ 20 ਮੈਂ ਇਦਾਂ ਕਰ ਦੇਣਾ। ਆ ਲੋ ਜੀ ਕਿੰਨਾ ਹੋ ਗਿਆ ਤੁਹਾਡੇ ਕੋਲੇ 400, ਇਹਨੂੰ ਆਪਾਂ ਲਿਖ ਦਿੰਨੇ 20 ਔਰ ਇਨਟੂ ਤੁਹਾਡੇ ਕੋਲੇ ਹੋ ਜਾਣਾ 400। ਆਲਾ ਜੀ 4 ਦੂਣੀ 8, ਗੱਲ ਖਤਮ ਹੈ। ਮਤਲਬ ਕਿ ਇੱਕ ਸਟੈਪ ਦੇ ਵਿੱਚ ਆਨਸਰ ਆਏਗਾ ਤੁਹਾਡਾ। ਦੋਸਤੋ ਬਹੁਤ ਇੰਪੋਰਟੈਂਟ ਟ੍ਰਿਕ ਹੈ ਯਾਰ, ਨੋਟ ਕਰ ਲਓ ਸਾਰੇ ਸਟੂਡੈਂਟਸ, ਜਿੰਨੇ ਵੀ ਸ਼ੁਭਚਿੰਤਕ ਹੈ ਸਾਡੇ ਨੋਟ ਕਰ ਲਓ। ਬਸ ਬਿਲਕੁਲ 101% ਇਹ ਇੰਪਲੀਮੈਂਟ ਹੋਏਗੀ, ਹਰ ਇੱਕ ਸਵਾਲ 'ਚ ਇੰਪਲੀਮੈਂਟ ਹੋਏਗੀ। ਫਟਾਫਟ ਮੇਰੇ ਨਾਲ इस सवाल ते ट्रिक ਨੂੰ इंप्लीमेंट करके दिखाओ और क्विकली, और पिछले सवाल नालों जल्दी आंसर होना चाहिए यार, बस फटाफट आंसर होना चाहिए। और तुहाडे जो किन्ने स्टूडेंट्स ने जिहड़े वाकई ही अपने आप नूं इंटैलीजेंट समझ के इहदा आंसर फटाफट दे देणगे मैनूं क्विकली यार। आपां की लिखिया सीगा 2n लेंथ प्लस ब्रेथ प्लस 2n ब्रैकेट बंद। आ लो जी 2 नाल मल्टीप्लाई आपां करांगे किहदा, ਪਹਿਲਾਂ ਤਾਂ ਇਹ ਸੋਚੋ ਇੱਥੇ ਇਹ ਨਹੀਂ, ਇਹ ਤਾਂ ਕਾਸਟ ਹੈ। देखो आ ਇਹਦੀ ਕੀ ਲੈਂਥ ਹੋਗੀ, ए ਦੀ ਬ੍ਰੈਥ ਹੋਗੀ, ਵਿਡਥ ਕਿੰਨੀ ਹੈ 3.5 ਹੈ, ਤੇ 3.5 ਨੂੰ ਆਪਾਂ 2 ਨਾਲ ਮਲਟੀਪਲਾਈ ਕਰ ਦੋ, ਬ੍ਰੈਕਟ ਇੱਥੇ ਕਿੰਨੀ ਲਿਖ ਦੋ 25 ਹੈ, ਇਹ ਤੁਹਾਡੇ ਕੋਲੇ 15 ਹੋ ਗਿਆ, ਔਰ ਇੱਥੇ ਪਲੱਸ ਕਰ ਦੋ 2 into ਕਿੰਨਾ ਕਰ ਦੋ 3.5 ਕਰ ਦੋ। ਸਮਝ ਪਾ ਰਹੇ ਹੋ ਦੋਸਤੋ। ਹੁਣ ਤੁਸੀਂ ਕੀ ਕਰਨਾ ਵਾ, ਇੱਥੇ ਕਿੰਨਾ ਹੋ ਗਿਆ ਤੁਹਾਡੇ ਕੋਲੇ 7 ਹੋ ਗਿਆ, ਔਰ ਇੱਥੇ ਮਲਟੀਪਲਾਈ ਹੈ, ਇਹਨਾਂ ਦੋਨਾਂ ਨੂੰ ਕਰੋਗੇ ਤੁਹਾਡੇ ਕੋਲੇ ਕਿੰਨਾ ਹੋ ਗਿਆ 40 ਹੈ, ਔਰ ਪਲੱਸ ਅੱਗੇ ਕਿੰਨਾ ਹੋ ਜਾਏਗਾ ਤੁਹਾਡੇ ਕੋਲੇ 3.5 into 2 ਆਲਮੋਸਟ 7 ਹੋ ਗਿਆ ਨਾ। बिल्कुल बिल्कुल वेरी गुड, बहुत अच्छे है सारे स्टूडेंट समझ पा रहे हैं। तो ऑलमोस्ट तुहाडे कोले कंसैप्ट आ गया कि 7 into 47 कर दो, तो 7 ਨੂੰ 7 ਨਾਲ मल्टीप्लाई किया, लास्ट डिजिट कितना 9 आ रहा है। अगर तुहाडे कोले डायरैक्ट इत्थे कॉस्ट ना हुंदी, और अगर तुहाडे कोले इत्थे बाई दा वे पाथ दा एरिया हुंदा, तुसीं पिछे 9 वाला चुक लेना सीगा। फिर भी मैं इस नूं इस नाल मल्टीप्लाई करांगा, कितना हो गया 7 चौका 28 ਦੇ ਵਿੱਚ 4 ਜੋੜਾਂਗੇ ਤੁਹਾਡੇ ਕੋਲੇ ਹੋ ਗਿਆ 32। ਤੁਸੀਂ ਕਹਿ ਸਕਦੇ ਹੋ 329 ਮੀਟਰ ਸਕੁਅਰ ਹੈ। ਹੁਣ 1 ਮੀਟਰ ਸਕੁਅਰ ਦੀ ਕਾਸਟ ਕਿੰਨੀ ਹੈ 27.5 ਹੈ, ਤਾਂ ਟੋਟਲ ਇਹਦੀ ਕਾਸਟ ਕਿੰਨੀ ਹੋ ਜਾਏਗੀ, ਤਾਂ ਆਪਾਂ 27 into 50 ਨਾਲ ਮਲਟੀਪਲਾਈ ਕਰ ਲਓ। ਮਲਟੀਪਲਾਈ ਨਹੀਂ ਕਰਨਾ ਹੁੰਦਾ ਖਸਮਾਂ ਨੂੰ ਖਾਓ ਯਾਰ, ਜਿਵੇਂ ਆਪਾਂ ਪੰਜਾਬੀ ਭਾਸ਼ਾ 'ਚ ਕਹਿ ਦਿੰਦੇ ਆ ਨਾ, ਬਿਲਕੁਲ ਟੈਨਸ਼ਨ ਨਹੀਂ ਲੈਣੀ, DDF ਲਾ ਦਿਓ, ਸਵਾਲ ਦਾ ਆਨਸਰ ਆਏਗਾ, ਛਾਲਾ ਮਾਰਦਾ ਆਏਗਾ। ਇਹਨੂੰ ਇਹਦੇ ਨਾਲ ਕਰੋਗੇ ਤਾਂ 9 5 45 ਪਿੱਛੇ ਆਏਗਾ, ਤੁਹਾਡੇ ਕੋਲੇ ਕਿੰਨੇ ਬਚ ਗਏ ਨੇ 4 ਬਚ ਗਏ, ਤਾਂ ਤੁਸੀਂ 9 7 63 ਦੇ ਵਿੱਚ 4 ਜੋੜੋਗੇ ਤਾਂ ਆਲਮੋਸਟ ਤੁਹਾਡੇ ਕੋਲੇ ਜੋ ਵੈਲਿਊ ਆਏਗੀ ਉਹ 67 ਦੀ ਆਏਗੀ। 67 ਦੀ ਆਏਗੀ ਤਾਂ ਮੈਨੂੰ ਪਤਾ ਹੈ ਕਿ ਇਹਦੇ ਵਿੱਚ ਨਹੀਂ ਹੈ, ਇਹਦੇ ਵਿੱਚ ਨਹੀਂ, ਇਹਦੇ ਵਿੱਚ ਨਹੀਂ, ਆਹ ਪਿਆ ਆਪਸ਼ਨ ਨੰਬਰ। ਮਤਲਬ ਇਹ ਤਰੀਕੇ ਕਿੱਥੋਂ ਸਿੱਖੋਗੇ? ਤੁਹਾਨੂੰ ਕੋਈ ਬੁੱਕ ਸਿਖਾ ਦੇਗੀ, ਤੁਹਾਨੂੰ ਕੋਈ ਕੋਚਿੰਗ ਸੈਂਟਰਾਂ ਦੇ ਵਿੱਚ ਬਹੁਤ ਘੱਟ ਸਟੂਡੈਂਟ ਹਾਲਾਂਕਿ ਸਿੱਖਦੇ ਵੀ ਨੇ ਲੇਕਿਨ ਨਹੀਂ ਵੀ ਸਿੱਖਦੇ ਹੈ। मैं इत्थे की कीता, पूरे सवाल नूं मल्टीप्लाई नहीं कीता, मैं लास्ट डिजिट ते सवाल दा आंसर चुक्या, कंप्लीट हो गई। हुण तुसीं DDF दी गल करदे हो कि जनाब सानूं DDF ला के दसो जी। आ लो दोस्तों मैं इत्थे लिखिया 27.50 है, ठीक है। 9 ਨੂੰ खत्म कर दो, ਤੁਹਾਡੇ ਕੋਲੇ किन्ने बच गए ने, ਤੁਹਾਡੇ ਕੋਲੇ 5 है, और ये बन गया 9, ਤੁਹਾਡੇ ਕੋਲੇ किन्ने 5 है। क्लियर है, समझ पा रहे हो मेरे सवाल नूं? पहले सारे स्टूडेंट दसो समझ पा रहे हो ना। तो तुसी की लिखोगे, तो तुसी यही लिखोगे जनाब 5 5 25 हो गया, 25 का मतलब 7 हो गया। आ लो जी मैं सवाल का आंसर आप तीजा यही तो चुकिया सी ना कि 904150 है, 5 ते 4 9 हो गए, 9 खत्म हो गया, 7 बचे। आंसर अखा बंद करके कर दो यार, तुसी नोट करो, ਤੁਹਾਨੂੰ ਤੁਹਾਡੇ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਤੁਸੀਂ ਮੈਥ ਸਿੱਖ ਰਹੇ ਹੋ ਹੈ। ਇਦਾਂ ਦੀ ਕੋਈ ਗੱਲ ਨਹੀਂ। RS ਅਗਰਵਾਲ ਚ ਜ਼ਿੰਦਗੀ ਭਰ ਮੂੰਹ ਠੋਕਿਆ ਹੋਇਆ ਤੇ ਸਾਰੇ ਉਹਨੂੰ ਹੀ ਲੱਗੇ ਰਹਿੰਦੇ ਨੇ ਦਿਨ ਰਾਤ। ਹਾਂਜੀ ਸਰ RS ਅਗਰਵਾਲ ਕਰ ਲਈਏ, ਕਰ ਲਓ, ਪਰ ਤਰੀਕੇ ਤਾਂ ਸਿੱਖੋ ਯਾਰ, ਹੈ ਨਾ। ਚਲੋ ਦੋਸਤੋ ਅੱਜ ਦਾ ਅੰਤਿਮ ਕੁਐਸਚਨ ਮੈਂ ਟ੍ਰਿਕ ਮੈਥਡ ਤੇ ਕਰਾਵਾਂਗਾ। ਇਹ ਸਵਾਲ ਮੈਂ ਉਸੇ ਦਾ ਹੀ ਬਲਕਿ ਇਨਵਰਸ ਕੁਐਸਚਨ ਦਿੱਤਾ ਹੈ ਤੁਹਾਨੂੰ। ਮੈਂ ਦੱਸਿਆ ਸੀ ਪੋਜ਼ਿਟਿਵ ਸਿਖਾਤਾ, ਨੈਗੇਟਿਵ ਸਿਖਾ ਦੇਣਾ। ਇੱਥੇ ਕੀ ਕਹਿੰਦਾ ਕਿ ਇਨਸਾਈਡ ਰੈਕਟੈਂਗੂਲਰ ਫੀਡ ਹੈ, ਇਹ ਦਾ ਲੌਂਗ ਹੈ, ਇੰਨਾ ਇਹ ਵਿਡਥ ਹੈ। ਸਮਝ ਪਾ ਰਹੇ ਹੋ ਸਵਾਲ ਦੇ ਵਿੱਚ ਸਵਾਲ ਦਾ ਮਹੱਤਵ ਕੀ ਹੈ ਉਹ ਜਰਾ ਸਮਝਣਾ ਹੈ। ਇਹ ਕਹਿੰਦਾ ਕਿ ਓਵਰਆਲ ਪਾਥ ਹੈ ਨਾ, ਜਿਹੜਾ ਪਾਥ ਉਹਦਾ ਏਰੀਆ ਪਹਿਲਾਂ ਹੀ ਦਿੱਤਾ ਤੁਹਾਨੂੰ, ਏਰੀਆ ਪਹਿਲਾਂ ਦਿੱਤਾ। ਤਾਂ ਆਪਾਂ ਇਹ ਕੰਮ ਕਰਦੇ ਹਾਂ, ਆਪਣੀ ਜਿਹੜੀ ਟ੍ਰਿਕ ਸੀਗੀ ਨਾ ਉਹ ਟ੍ਰਿਕ ਨੂੰ ਆਪਾਂ ਇੱਥੇ ਇੰਪਲੀਮੈਂਟ ਕਰਦੇ ਹਾਂ। ਕਿੱਦਾਂ ਕਰਾਂਗੇ? ਆਪਾਂ ਲਿਖਾਂਗੇ 2n l प्लस आप लिखा सी ब्रथ, यही लिखा सीगा ना। और इस तो अलावा देखो सवाल दे विच की है ना, इत्थे इन्होंने कहता भी अंदर दी लेंथ अते ब्रेथ,
ਤੇ ਪਾਥ ਦਾ ਏਰੀਆ, ਮਤਲਬ ਲਾਈਕ ਪਾਥ ਦਾ ਏਰੀਆ ਓਕਿਊਪਾਈ ਇੰਨਾ ਹੈ, ਤਾਂ ਤੁਸੀਂ ਵਿਡਥ ਦੱਸਣੀ ਹੈ। ਜਦੋਂ ਤੁਹਾਡੇ ਤੋਂ ਵਿਡਥ ਪੁੱਛ ਲਈ ਗਈ ਹੈ ਤਾਂ ਤੁਸੀਂ ਸਿੰਪਲ ਜਿਹਾ ਫੰਡਾ ਇੱਥੇ ਮਾਈਨਸ ਕਰ ਦੋਗੇ, 2n ਕਰ ਦੋਗੇ, ਬ੍ਰੈਕਟ ਬੰਦ ਕਰ ਦੋ। ਆ ਲਓ ਜੀ 2n ਦੀ ਵੈਲਿਊ ਸਾਡੇ ਕੋਲੇ ਹੈ ਨਹੀਂ, ਸਾਡੇ ਕੋਲੇ ਕਿੰਨੀ ਹੈ, ਲੈਂਥ ਹੈ ਕਿੰਨੀ ਹੈ, 38 ਹੈ, ਇਹ ਪਲੱਸ ਸਾਡੇ ਕੋਲੇ 32 ਹੈ, ਮਾਈਨਸ ਸਾਡੇ ਕੋਲੇ 2n ਹੋ ਜਾਣਾ, ਬ੍ਰੈਕਟ ਨੂੰ ਬੰਦ ਕਰ ਦਈਏ। ਔਰ ਇਹ ਫਾਰਮੂਲਾ ਕਾਦੇ ਬਰਾਬਰ ਹੈ, ਇਹ ਫਾਰਮੂਲਾ ਏਰੀਆ ਦੇ ਬਰਾਬਰ ਹੈ। ਔਰ ਏਰੀਆ ਸਾਨੂੰ ਕਿੰਨਾ ਗਿਵਨ ਹੈ, ਇੱਥੇ 600 ਗਿਵਨ ਹੈ। समझ पा रहे हो? चलिए वेरी गुड, बहुत अच्छे है। मेरा हौसला बढ़ा दिया करो कमेंट करके, ठीक है, और सबसक्राइब कर लो यार नाल दी नाल, ठीक है, इन्ना काम जरूर करो, नहीं तो फिर अगले फिर ट्रिक ट्रुक दी डोज नहीं आऊगी, फिर तो डोज कोई दूजियां तुहानू मिलणगियां। ये दोनों का जोड़ कितना हो गया, 70 हो गया। समझ पा रहे हो? इत्थों तक 70 हो गया। चलिए भाई वेरी गुड, बहुत अच्छे हैं। मैं इनू लिखांगा 2n, मेरे को 70 हो गया, माइनस 2n है, तो 2 मैं कॉमन चुक लांगा भाई, 2 नाल 2 कैंसल हो जाएगा, 2 कैंसल हो जाएगा, तो ऑलमोस्ट तुसीं कह सकते हो कि साडे कोले यह वैल्यू हैगी है, बल्कि मैं इनू कैंसल करांगा तो ऑलमोस्ट 4 टाइम ते कैंसल हो जाएगी, तो समथिंग तुसीं कह सकते हो 150, और ये हो जाएगी n, और ये हो जाएगी तुहाडे कोले 35 दूना 70 माइनस तुहाडे कोले कितना हो जाना वा, ये n हो जाना। ठीक है, समझ पाए हो? किसी भी स्टूडेंट नू समझ नहीं आया, यू पीपल कैन आस्क मी सर किवें कीता है। दोस्तों इसनू इदां कर सकते हैं आपां, जिहड़ा अपने कोले 2n और 70 माइनस 2n है ना, मैनू पता है कि मैं ब्रैकेट तो बाहर लियावांगा तो 70 दूना कितना होंदा, 140n हो गया, माइनस करांगे तो 2 दूनी कितना हो गया, 4n स्केयर हो जाना। समझ पाए हो? इत्थों तक समझ पाए हो? तो तुसीं एक काम करो, इन्हां दे विचों 4 कॉमन करोगे तो तुसीं इत्थे लिख सकते हो 4 कॉमन करोगे, 4n बच गया, तो कितना हो गया, 35 चौका क्लीयर, 35 हो गया, और ये 4 इत्थे ले लिया, तुहाडे कोले n बच जाना, क्योंकि एक n बाहर ले लिया। आही तो मैं लिखिया इत्थे, होर मैं कुछ होर तो नहीं लिखा ना। इस 4 नाल मैं की कीता, बराबर मेरे को 600 है, तो मैंने कटता किन्ने 150 बराबर हो गया। तो खत्म करना वैल्यू सीखो यार, ये तरीके तुहानू कोई होर नहीं सिखाएगा, ये तरीके तुसीं हर सैशन च अपने माइंड ते जोर पा के सीख सकते हो। हुण तुसीं कंसैप्ट नू किवें करना है, इत्थे तुहाडे ते डिपेंड करदा, तुसीं कैलकुलेशन कितना जल्दी खत्म कर सकते हो। क्लीयर, समझ पा रहे हो? चलिए हुण तुसीं की लिख सकते हो, इनू इदां भी लिख सकते हो कि तुहाडे कोले अगर 35x है माइनस x स्केयर है, या तुसीं इनू इंज भी लिख सकते हो कि तुसीं अगर x स्केयर करोगे तो माइनस 35x कर दो, और प्लस तुहाडे कोले 150 कर दो, बराबर तुहाडे कोले 0 रख लो, फैक्टर बना लो। फैक्टर बनाओगे तुहाडे कोले किन्ने बन गए ने, 20 इंटू किन्ने किन्ने दे बन गए, बल्कि 30 5, हाँ ठीक है हो जाएगा। इनू आपां कर दिए माइनस दा 30, और इनू कर दिए माइनस दा 5, बराबर तुहाडे कोले कितना हो जाएगा, 150 प्लस इज इक्वल 0 हो गया। 0 हो गया ना, तो इन्हां दे विचों एक कंसैप्ट और इन्हां चों एक कंसैप्ट कॉमन कर लो। हमेशा याद रखना फैक्टर का मतलब है कि इत्थे इहो जे 2 नंबर चुको जिन्हां दा माइनस प्लस करन ते 35x बने, और उन्हां दा ही मल्टीप्लीकेशन करन ते कितना बने, 150 बने। मैं इत्थे माइनस दा 30 लिया और माइनस दे 5 है, माइनस दे 30 च माइनस दे 5, माइनस दे 2 तो ज़्यादा नंबर होणगे वो ऑलवेज जुड़ जाएंगे, माइनस दे 2 तो ज़्यादा नंबर होणगे ऑलवेज जुड़ जाएंगे, परंतु सिंबल माइनस दा ही रहेगा। अगर यही कंडीशन माइनस दे 2 नंबर है, मल्टीप्लाई कर रहे हो तो वो प्लस बन जाएगा, जिमें 150 बने। समझ पा रहे हो? जिमें कि अगर मैं रखा कि 2 माइनस दे 2 है तो माइनस दे 4 कहोगे, अगर यह माइनस 2 इंटू माइनस 2 तो तुसीं इहनूं प्लस दे 4 कहोगे। समझ पा रहे हो? ये चीज़ है। हुण दोस्तों इन्हां चों तुसीं कॉमन रखोगे x, तुहाडे कोल x बच गया, इत्थे तुहाडे कोल 30 बच गया। क्लीयर है? इत्थे तुसीं की करोगे, माइनस किन्ने चुक लोगे, 5 चुक ले, इत्थे x माइनस तुहाडे कोल 30 बच जाना, इज इक्वल 0 है। हुण तुहाडे कोले इत्थे माइनस 5 हो गया, ये बराबर 0 रखोगे तो यू कैन से दैट कि x की वैल्यू 5 होगी। x बराबर कितना हो गया, 5 हो गया। दूसरा सवाल साडे कोले की है कि x माइनस 30 है, और ये इक्वल 0 रखोगे तो कोले x बराबर कितना आ जाना, 30 आ जाना। समझ पा रहे हो? तो मतलब ओवरऑल सवाल का मतलब ये बनया कि इनफैक्ट दैट हुण 2 वैल्यू तो तुहाडे कोले हो नहीं सकदी, ਤੁਹਾਡੇ ਕੋਲੇ ਕਿਸੇ ਵੀ ਕਨਸੈਪਟ ਦੇ ਵਿੱਚ 2 ਵੈਲਿਊ ਨਹੀਂ ਹੋ ਸਕਦੀ, ਸੋ ਦੈਟ ਕਿ ਆਪਾਂ ਇੱਥੇ ਕੀ ਰੱਖ ਸਕਦੇ ਹਾਂ ਕਿ ਸੀਨਸ ਆਪਾਂ ਸਵਾਲ ਦੀ ਵੈਲਿਊ ਇੱਥੇ 5 ਵਾਲੀ ਹੀ ਕੰਸੀਡਰ ਕਰ ਸਕਦੇ ਹਾਂ, 30 ਵਾਲੀ ਕੰਸੀਡਰ ਨਹੀਂ ਹੋਊਗੀ। ਕਲੀਅਰ ਹੈ ਨਾ? ਕਿਉਂ ਨਹੀਂ ਹੋਏਗੀ? ਕਿਉਂਕਿ ਇੱਥੇ ਕਾਮਨ ਸੈਂਸ ਵੀ ਸੋਚਣਾ ਹੈ ਕਿ ਆਲਰੇਡੀ ਸਾਡੇ ਕੋਲੇ ਲੈਂਥ ਕਿੰਨੀ ਹੈ, 38 ਅਤੇ ਇੰਨੀ ਹੈ, ਔਰ ਆਪਾਂ ਅਗਰ ਮਲਟੀਪਲਾਈ ਕਰਾਂਗੇ ਇਹਨਾਂ ਨੂੰ ਤਾਂ ਆਲਮੋਸਟ ਇਸ ਬਲਕਿ ਏਰੀਆ 600 ਹੈ, 600 ਤੋਂ ਬਹੁਤ ਜ਼ਿਆਦਾ ਵੱਧ ਕੇ ਹੋ ਜਾਣੀ ਹੈ, ਸੋ ਦੈਟ ਕਿ ਆਪਾਂ ਨੂੰ ਮਿਨੀਮਮ ਵੈਲਿਊ ਦੀ ਰਿਕੁਆਇਰ ਰਹੇਗੀ। ਤਾਂ ਸਵਾਲ ਦਾ ਆਨਸਰ ਕਿੰਨਾ ਹੋ ਜਾਏਗਾ, 5 ਸੈਂਟੀਮੀਟਰ। ਤਾਂ ਆਪਸ਼ਨ ਨੰਬਰ ਕਿਹੜਾ ਹੋ ਜਾਏਗਾ ਸਾਡੇ ਕੋਲੇ, ਦੂਜਾ ਹੋ ਜਾਏਗਾ। ਹਾਲਾਂਕਿ ਦੋਸਤੋ ਮੈਂ ਸਵਾਲ ਨੂੰ ਥੋੜਾ ਜਿਹਾ ਲੰਬਾ ਕਰਕੇ ਸਮਝਾਇਆ, ਪਰ ਮੈਂ ਇਹਨੂੰ ਪਹਿਲਾਂ ਵੀ ਖਤਮ ਕਰ ਸਕਦਾ ਸੀਗਾ। ਕਿਵੇਂ ਲੱਗੀ ਤੁਹਾਨੂੰ ਇਹ ਸ਼ਾਨਦਾਰ ਟ੍ਰਿਕ, ਮੈਨੂੰ ਜ਼ਰੂਰ ਦੱਸਿਓ। ਮੈਂ ਮਿਲੂੰਗਾ ਤੁਹਾਨੂੰ ਨੈਕਸਟ ट्रिक सैशन ਦੇ ਵਿੱਚ। तब तक ख्याल रखो, टेक केयर, बाय बाय। और दोस्तों और जिन्ने भी शुभचिंतक ने, जिन्ने भी तुसी प्यारे प्यारे लोग जुड़े हो साडे नाल, प्लीज़ इस चैनल ਨੂੰ जरूर प्यार करियो, शेयर करियो। मिलते हैं फिर एक होर खूबसूरत सैशन। ख्याल रखो, टेक केयर, बाय बाय।